ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣੈ ਕੋਇ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹਮਰੀ ਬੇਦਨ ਤੂੰ ਜਾਣਤਾ ਸਾਹਾ। ਅਵਰ ਕਿਆ ਜਾਣੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕੋ ਆਖੀਐ ਸਾਹਾ। ਦੂਜਾ ਨਾਹੀ ਕੋਈ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਸਭ ਤੁਝੇ ਧਿਆਵਹਿ ਦਿਨ ਰਾਤ। ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ। ਤੂੰ ਸਭਨਾ ਕਰਹਿ ਇਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਤੁਝ ਤੇ ਬਾਹਰ ਕੋਈ ਨਾਹੀ। ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝੇ ਧਿਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ। ਸਚ ਨਾਨਕ ਕੀ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਸਭ ਤੁਝੇ ਧਿਆਵਹਿ ਮੇਰੇ ਸਾਹ। ਜਿਉ ਭਾਵੈ ਤਿਉ ਰਖ ਤੂੰ ਮੇਰੇ ਪਿਆਰੇ। ਸਚ ਨਾਨਕ ਕੀ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਅਤੇ ਸਤਿਗੁਰਾਂ ਦੇ ਪਾਵਨ ਅਸਥਾਨ
ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸਮੁੱਚੀ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬੇਨਤੀ ਕੀਤੀ ਹੈ ਕਿ ਹੇ ਅਕਾਲ ਪੁਰਖ, ਆਪ ਸਾਡੀ ਵੇਦਨਾ ਨੂੰ, ਸਾਡੀ ਪੀੜਾ ਨੂੰ ਜਾਣਦੇ ਹੋ। ਹਰੇਕ ਦੇ ਅੰਦਰ ਸੰਗਤ ਜੀ ਵੱਖਰਾ ਵੱਖਰਾ ਦਰਦ ਹੈ, ਵੇਦਨਾ ਹੈ। ਕਿਸੇ ਦੀ ਕੋਈ ਵੇਦਨਾ ਹੈ, ਕਿਸੇ ਦੀ ਕੋਈ ਪੀੜਾ ਹੈ। ਪਰ ਹਜ਼ੂਰ ਦੇ ਮਨ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਵੇਦਨਾ ਹੈ। ਔਰ ਨਾਲ ਹੀ ਬੇਨਤੀ ਕੀਤੀ, ਮਹਾਰਾਜ ਅਸੀਂ ਝੂਠਾ ਕਿਹਨੂੰ ਆਖੀਏ, ਕਿਉਂਕਿ ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਸਾਰੇ ਲੁਕਾਈ ਤੁਹਾਡੇ ਕੋਲੋਂ ਮੰਗਦੀ ਹੈ। ਤੁਸੀਂ ਸਾਰਿਆਂ ਨੂੰ ਦਾਤਾਂ ਦਿੰਦੇ ਹੋ ਔਰ ਫਿਰ ਆਪ ਹੀ ਸਾਰਿਆਂ ਦੇ ਵਿੱਚ ਸਮਾਏ ਹੋਏ ਹੋ ਤੇ ਆਪ ਹੀ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ। ਸਤਿਗੁਰੂ ਜੀ ਨੇ ਇਉਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀਆਂ ਦੇ ਰੂਪ ਵਿੱਚ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ
ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਰਾਗ ਧਨਾਸਰੀ ਵਿੱਚ ਗੁਰਦੇਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 670 ਤੇ ਸੁਭਾਏਮਾਨ ਹੈ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਸਾਹ, ਹੇ ਮੇਰੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਹਰ ਦਰਸ਼ਨ ਸੁਖ ਹੋਏ। ਮੈਨੂੰ ਹਰੀ ਦੇ ਦਰਸ਼ਨ ਕਰਕੇ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਉ ਅਣਦਿਨ ਨੀਤ। ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ, ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ, ਉਹ ਰਾਤ ਦਿਨ ਅਕਾਲ ਪੁਰਖ ਵਾਹਿਗੁਰੂ ਤਥਾ ਗੁਰੂ ਨੂੰ ਚੇਤੇ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਪਿਆਰੇ ਦਰਸ਼ਨ ਕੀਤਿਆਂ ਤੋਂ ਬਗੈਰ ਰਹਿ ਨਹੀਂ ਸਕਦੇ। ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤਾ ਹੈ, ਜਿਉ ਤ੍ਰਿਕਾਵੰਤ ਬਿਨ ਨੀਰ। ਜਿਵੇਂ ਧਿਆਇਆ ਬੰਦਾ, ਪਿਆਸਾ ਬੰਦਾ ਪਾਣੀ ਤੋਂ ਬਗੈਰ ਨਹੀਂ ਰਹਿ ਸਕਦਾ। ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਇਸੇ ਤਰ੍ਹਾਂ ਹੀ ਮੇਰਾ ਮਨ ਹਰੀ ਦੇ ਦਰਸ਼ਨ ਕਰਨ ਨੂੰ ਤਪਦਾ ਹੈ। ਜਿਵੇਂ ਪਿਆਸੇ ਦਾ ਮਨ ਤਪਦਾ ਹੈ ਨਾ, ਪਿਆਸ ਲੱਗਦੀ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਸਾਨੂੰ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ। ਦਰਸ਼ਨ ਕਉ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਹਰੇਕ ਦਾ ਚਿੱਤ ਕਰਦਾ ਹੈ ਮੈਂ ਗੁਰੂ ਦੇ ਦਰਸ਼ਨ ਕਰਾਂ, ਵਾਹਿਗੁਰੂ ਦੇ ਦਰਸ਼ਨ ਕਰਾਂ। ਪਰ ਜਿਨ੍ਹਾਂ ਦੇ ਕਰਮ ਪੂਰੇ ਨੇ, ਭਾਗ ਚੰਗੇ ਨੇ, ਸੰਗਤ ਜੀ ਉਹਨਾਂ ਨੂੰ ਦਰਸ਼ਨ ਪ੍ਰਾਪਤ ਹੁੰਦੇ ਨੇ। ਮਾਤਾ ਭਾਗ ਭਰੀ ਕਸ਼ਮੀਰ ਦੀ ਧਰਤੀ ਤੇ ਬੈਠੀ ਸਤਿਗੁਰਾਂ ਨੂੰ ਯਾਦ ਕਰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਦੀ ਧਰਤੀ ਤੇ ਪਹੁੰਚ ਕੇ ਮਾਤਾ ਭਾਗ ਭਰੀ ਨੂੰ ਦਰਸ਼ਨ ਦੇ ਕੇ ਕਰਤਾਰਤ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਇੱਕ ਪੀਰ ਬਗਦਾਦ ਦੀ ਧਰਤੀ ਤੇ ਯਾਦ ਕਰਦਾ ਹੈ ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਚੇਚੇ ਤੌਰ ਤੇ ਉਹਦੇ ਕੋਲ ਜਾਂਦੇ ਨੇ, ਉਹਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਨੇ
ਤੇ ਜਿਹੜੇ ਤੜੇ ਤੇ ਸਤਿਗੁਰੂ ਜੀ ਬੈਠੇ, ਸਤਿਗੁਰਾਂ ਦੇ ਆਉਣ ਤੋਂ ਬਾਅਦ ਵੀ ਉਹ ਪੀਰ ਉਸ ਤੜੇ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ ਸਵੇਰ ਤੋਂ ਲੈ ਕੇ ਸੰਗਤ ਜੀ ਸ਼ਾਮ ਤੱਕ ਬੈਠਾ ਰਹਿੰਦਾ ਹੈ। ਸਰਦਾਰ ਜਗਦੀਸ਼ ਸਿੰਘ ਜੀ ਢਿੱਲੋਂ, ਉਹਨਾਂ ਨੇ ਇੱਕ ਪੁਸਤਕ ਲਿਖੀ ਹੈ, ਬਾਬੇ ਤਾਰੇ ਚਾਰ ਚੱਕ। ਉਹਦੇ ਵਿੱਚ ਉਹਨਾਂ ਨੇ ਕਾਫੀ ਵਿਸਥਾਰ ਕੀਤਾ ਯੂਰਪ ਦਾ, ਈਰਾਨ, ਇਰਾਕ, ਬਗਦਾਦ। ਸਤਿਗੁਰੂ ਜੀ ਕਈ ਪਿੰਡਾਂ ਵਿੱਚ ਗਏ ਨੇ, ਕਈ ਪੀਰਾਂ ਫਕੀਰਾਂ ਨੂੰ ਮਿਲੇ, ਉਹਨਾਂ ਨਾਲ ਵਿਚਾਰ ਚਰਚਾ ਹੋਈ। ਬਹੁਤਿਆਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਮੰਨਿਆ ਹੈ। ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ ਜ਼ਿਕਰ ਕੀਤਾ, ਅੱਜ ਵੀ ਕਈ ਲੋਕ ਜਿਹੜੇ ਕੇਸਾਧਾਰੀ ਨੇ, ਸਾਬਤ ਸੂਰਤ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਆਪਣੇ ਗਲ ਵਿੱਚ ਪਾ ਕੇ ਰੱਖਦੇ ਨੇ ਅਤੇ ਇਹ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਨਾਨਕ ਦੇ ਮੁਰੀਦ ਹਾਂ, ਅਸੀਂ ਗੁਰੂ ਨਾਨਕ ਦੇ ਚੇਲੇ ਹਾਂ। ਜਿੱਤਾ ਹਰ ਆਰਾਧਿਆ ਤਿੱਤਾ ਹਰ ਮਿਤ ਸਹਾਈ। ਸੰਗਤ ਜੀ, ਜਿੱਤੇ ਵੀ ਗੁਰੂ ਸਾਹਿਬ ਜੀ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀਏ, ਉਹ ਵਾਹਿਗੁਰੂ ਉੱਥੇ ਪਹੁੰਚ ਕੇ ਸਹਾਇਤਾ ਕਰਦਾ ਹੈ, ਦਰਸ਼ਨ ਦੀਦਾਰ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਮੇਰੇ ਪਾਤਸ਼ਾਹ, ਮੈਨੂੰ ਹਰੀ ਦੇ ਦਰਸ਼ਨ ਕਰਕੇ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਹਮਰੀ ਬੇਦਨ ਤੂੰ ਜਾਣਦਾ ਸਾਹਾ। ਸੱਚੇ ਪਾਤਸ਼ਾਹ ਜੀ, ਤੁਸੀਂ ਸਾਡੀ ਵੇਦਨਾ ਨੂੰ ਜਾਣਦੇ ਹੋ, ਸਾਡੇ ਅੰਦਰ ਦੀ ਪੀੜਾ ਨੂੰ ਜਾਣਦੇ ਹੋ, ਹੋਰ ਕੋਈ ਜਾਣ ਨਹੀਂ ਸਕਦਾ। ਸੰਗਤ ਜੀ, ਜਿਹੜਾ ਅੰਤਰ ਧਿਆਨ ਹੋਇਆ ਹੋਵੇਗਾ, ਜਿਹਨੂੰ ਆਪਣੇ ਪਿੰਡ ਦੀ ਖਬਰ ਹੋਈ ਹੋਵੇਗੀ, ਆਪਣੇ ਸਰੀਰ ਵਿੱਚੋਂ ਜਿਹਨੇ ਤਿੰਨੇ ਲੋਕ ਦੇਖੇ ਹੋਣਗੇ, ਉਹ ਹੀ ਸਾਡੀ ਪੀੜਾ ਨੂੰ ਸਮਝ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੋਰ ਕੋਈ ਸਾਡੀ ਪੀੜਾ ਨੂੰ ਨਹੀਂ ਜਾਣ ਸਕਦਾ। ਅਵਰ ਕੇ ਜਾਣਾ ਪੀਰ ਪਰਾਈ। ਪਰਾਈ ਪੀੜਾ ਨੂੰ ਸੰਗਤ ਜੀ ਕੋਈ ਨਹੀਂ ਜਾਣਦਾ, ਪਰ ਸਤਿਗੁਰੂ ਜੀ ਕਹਿੰਦੇ, ਹੈ ਮੇਰੇ ਸ਼ਾਹ, ਮੇਰੇ ਵਾਹਿਗੁਰੂ, ਮੇਰੇ ਪਾਤਸ਼ਾਹ ਜੀ, ਆਪ ਸਾਡੀ ਵੇਦਨਾ ਨੂੰ ਜਾਣਦੇ ਹੋ। ਅਵਰ ਕਿਆ ਜਾਣੈ ਕੋਈ। ਮਹਾਰਾਜ, ਤੁਹਾਡੇ ਤੋਂ ਬਗੈਰ ਹੋਰ ਕੋਈ ਕੀ ਜਾਣ ਸਕਦਾ ਹੈ? ਸਾਡੇ ਦਿਲ ਦੀ ਦਰਦ ਨੂੰ ਹੋਰ ਕੀ ਜਾਣ ਸਕਦਾ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਵੈਦ ਆਇਆ, ਵੈਦ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਨਬਜ਼ਾਂ ਵੇਖੀਆਂ, ਜਿਹਦੀ ਬਾਬਤ ਹਜ਼ੂਰ ਨੇ ਗੁਰਬਾਣੀ ਵਿੱਚ ਕਥਨ ਕੀਤਾ, ਪਗੜ ਢਨੋਲੇ ਬਾਂਹ। ਬਾਂਹ ਤੋਂ ਫੜ ਕੇ ਸੰਗਤ ਜੀ ਨਾੜੀਆਂ ਰਾਹੀਂ ਰੋਗ ਲੱਭਦਾ ਰਿਹਾ ਹਰਦਾਸ ਵੈਦ।
ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਵੈਦ ਜੀ ਤੁਹਾਨੂੰ ਮੇਰੇ ਦੁੱਖ ਬਾਰੇ ਕੋਈ ਜਾਣਕਾਰੀ ਨਹੀਂ। ਤੇ ਵੈਦ ਨੇ ਪੁੱਛਿਆ, ਤੁਹਾਨੂੰ ਦੁੱਖ ਕੀ ਹੈ? ਹਜ਼ੂਰ ਨੇ ਕਿਹਾ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਜੀ ਕਹਿੰਦੇ, ਇੱਕ ਤਾਂ ਵਾਹਿਗੁਰੂ ਦੇ ਵਿਛੋੜੇ ਦਾ ਦੁੱਖ ਹੈ, ਇੱਕ ਨਾਮ ਸਿਮਰਨ ਦੀ ਭੁੱਖ ਦਾ ਦੁੱਖ ਹੈ, ਇੱਕ ਅੰਤਾਂ ਨੂੰ ਜਮਾਂ ਦਾ ਦੁੱਖ ਹੈ, ਇੱਕ ਦੁੱਖ ਹੈ ਜਿਹੜਾ ਸਰੀਰ ਨੂੰ ਲੱਗ ਜਾਵੇ ਤੇ ਸਰੀਰ ਧਾ ਜਾਂਦਾ ਹੈ। ਇਹ 4 ਪ੍ਰਕਾਰ ਦੇ ਦੁੱਖ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੈਦ ਹਰਦਾਸ ਜੀ ਨੂੰ ਦੱਸੇ। ਆਖਿਆ, ਵੈਦ ਜੀ ਤੁਹਾਡੀ ਸਮਝ ਵਿੱਚ ਮੇਰਾ ਰੋਗ ਨਹੀਂ ਆ ਸਕਦਾ। ਮੇਰੇ ਅੰਦਰ ਲੋਕਾਈ ਦੀ ਪੀੜਾ ਹੈ। ਜਦੋਂ ਮੈਂ ਰੱਬ ਤੋਂ ਟੁੱਟੇ ਹੋਏ ਲੋਕਾਂ ਨੂੰ ਵੇਖਦਾ ਹਾਂ ਤੇ ਮੇਰਾ ਮਨ ਦੁਖੀ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਅੰਤਰਜਾਮੀ ਹੋਵੇਗਾ ਉਹੀ ਸੰਗਤ ਜੀ ਦੂਜੇ ਦੀ ਵੇਦਨਾ, ਦਰਦ ਨੂੰ, ਪੀੜਾ ਨੂੰ ਜਾਣ ਸਕੇਗਾ ਵੀ ਇਹਦੇ ਅੰਦਰ ਕੀ ਪੀੜਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਅਵਰ ਕਿਆ ਜਾਣੈ ਕੋਈ। ਮਹਾਰਾਜ ਹੋਰ ਕੋਈ ਕੀ ਜਾਣ ਸਕਦਾ ਹੈ ਸਾਡੀ ਪੀੜਾ ਨੂੰ। ਰਹਾਉ ਵਿਸਰਾਮ ਦੇ ਕੇ ਹਜ਼ੂਰ ਪ੍ਰਭਾਉਂਦੇ ਨੇ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਇਹ ਮੇਰੇ ਪਾਤਸ਼ਾਹ, ਤੂੰ ਭੂਤ ਕਾਲ ਵਿੱਚ ਵੀ ਸੱਚ ਸਰੂਪ ਸੀ। ਹੇ ਮੇਰੇ ਪਾਤਸ਼ਾਹ, ਤੂੰ ਵਰਤਮਾਨ ਸਮੇਂ ਦੇ ਵਿੱਚ ਵੀ ਸੱਚ ਸਰੂਪ ਹੈ। ਆਪ ਜੀ ਨੇ ਭਵਿੱਖਤ ਕਾਲ ਵਿੱਚ ਵੀ ਸੱਚ ਸਰੂਪ ਹੋਣਾ ਹੈ। ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ। ਹੇ ਮੇਰੇ ਪਾਤਸ਼ਾਹ, ਤੂੰ ਸੱਚਾ ਮੇਰਾ ਮਾਲਕ ਹੈ। ਤੂੰ ਤਿੰਨਾਂ ਸਮਿਆਂ ਦੇ ਵਿੱਚ ਹੀ ਸੱਚ ਸਰੂਪ ਹੈ। ਤੇਰਾ ਕੀਆ ਸੱਚ ਸਭ ਹੋਏ। ਮਹਾਰਾਜ, ਜੋ ਆਪ ਕਰਦੇ ਹੋ ਨਾ ਉਹ ਸਭ ਕੁਝ ਸੱਚ ਹੀ ਸੱਚ ਹੈ, ਉਹ ਸੱਚ ਹੀ ਹੁੰਦਾ ਹੈ। ਪਰ ਅਸੀਂ ਅਗਿਆਨੀ ਜੀਵ ਉਹਦੇ ਕੀਤੇ ਹੋਏ ਸੱਚ ਨੂੰ ਸਮਝ ਨਹੀਂ ਸਕਦੇ। ਅਸੀਂ ਸ਼ਿਕਵੇ ਕਰਦੇ ਹਾਂ, ਗਿਲਾ ਕਰਦੇ ਹਾਂ ਕਿ ਰੱਬ ਨੇ ਮਾੜਾ ਕੀਤਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ, ਨਹੀਂ ਭਾਈ, ਜੋ ਵੀ ਉਹਨੇ ਪਿੱਛੇ ਕੀਤਾ, ਹੁਣ ਕਰ ਰਿਹਾ, ਅੱਗੇ ਕਰੇਗਾ, ਉਹਦਾ ਕੀਤਾ ਹੋਇਆ ਸਭ ਸੱਚ ਹੀ ਹੋਵੇਗਾ। ਝੂਠਾ ਕਿਸ ਕਉ ਆਖੀਐ ਸਾਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਮੇਰੇ ਪਾਤਸ਼ਾਹ, ਝੂਠਾ ਕਿਸ ਨੂੰ ਆਖੀਏ? ਕਿਉਂਕਿ ਮੰਦਾ ਕਿਸੇ ਨਾ ਆਖ, ਝਗੜਾ ਪਾਵਣਾ। ਇੱਕ ਫਿੱਕਾ ਡਾਂਗ ਲਾਏ, ਸਬੜਾ ਮੈਂ ਸੱਚਾ ਧਨੀ। ਸਤਿਗੁਰੂ ਜੀ ਕਹਿੰਦੇ, ਕਿਸੇ ਨੂੰ ਫਿੱਕਾ ਨਾ ਬੋਲ, ਮਾੜਾ ਨਾ ਬੋਲ। ਸਾਰਿਆਂ ਦੇ ਅੰਦਰ ਉਹ ਮੇਰਾ ਵਾਹਿਗੁਰੂ ਵਸ ਰਿਹਾ ਹੈ। ਜਦੋਂ ਉਹ ਹੈ ਹੀ ਆਪ, ਤੇ ਫਿਰ ਆਪਾਂ ਝੂਠਾ ਕਿਹਨੂੰ ਆਖਾਂਗੇ? ਸੰਗਤ ਜੀ, ਜਿੰਨਾ ਚਿਰ ਦਿਵ ਦ੍ਰਿਸ਼ਟੀ ਨਹੀਂ ਹੁੰਦੀ
ਉਹਨਾਂ ਚਿਰ ਅਸੀਂ ਕਵਾਂਗੇ ਵੀ ਇਹ ਫਲਾਣਾ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਈਸਾਈ ਹੈ, ਬੋਧੀ ਹੈ, ਮੁਸਲਮਾਨ ਹੈ। ਉਦੋਂ ਅਸੀਂ ਵੱਖਰਾ ਵੱਖਰਾ ਸਮਝਾਂਗੇ। ਤੇ ਜਦੋਂ ਸਤਿਗੁਰੂ ਨਾਲ ਮਿਲਾਪ ਹੋਇਆ, ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖਸ਼ਿਸ਼ ਕੀਤਾ, ਦਿਵ ਦ੍ਰਿਸ਼ਟੀ ਹੋ ਗਈ, ਤੇ ਫਿਰ ਸਾਨੂੰ ਸਾਰਿਆਂ ਦੇ ਵਿੱਚ ਵਾਹਿਗੁਰੂ ਦਿਸੇਗਾ। ਸਾਨੂੰ ਫਿਰ ਕੋਈ ਦੂਜਾ ਨਹੀਂ ਦਿਸੇਗਾ। ਏਕ ਪਿਤਾ ਏਕ ਸਕੇ ਮੁਬਾਰਕ, ਤੂੰ ਮੇਰਾ ਗੁਰ ਆਈ। ਸਾਡਾ ਪਿਤਾ ਇੱਕ ਪਰਮੇਸ਼ਰ ਵਾਹਿਗੁਰੂ ਹੈ। ਅਸੀਂ ਸਾਰੇ ਉਸ ਇੱਕ ਮਾਲਕ ਵਾਹਿਗੁਰੂ ਦੇ ਬੱਚੇ ਹਾਂ ਤੇ ਆਪਸ ਵਿੱਚ ਗੁਰ ਭਾਈ ਹਾਂ। ਪਰ ਮਿਆਵਕੀ ਪਦਾਰਥਾਂ ਕਰਕੇ ਅਸੀਂ ਇੱਕ ਦੂਜੇ ਦੇ ਵਿਰੋਧੀ ਬਣ ਬੈਠੇ ਹਾਂ। ਕੋਈ ਕਿਸੇ ਨੂੰ ਆਪਣਾ ਮਿੱਤਰ ਸਮਝੀ ਜਾਂਦਾ ਹੈ, ਕਿਸੇ ਨੂੰ ਆਪਣਾ ਵੈਰੀ ਸਮਝੀ ਜਾਂਦਾ ਹੈ। ਪਰ ਹਾਂ, ਸਾਰੇ ਆਪਾਂ ਇੱਕ ਵਾਹਿਗੁਰੂ ਦੇ ਪੈਦਾ ਕੀਤੇ ਹੋਏ। ਇਸ ਕਰਕੇ ਸਾਰਿਆਂ ਦੇ ਵਿੱਚ ਹੀ ਉਹ ਪਰਮੇਸ਼ਰ ਹੈ। ਤੇ ਸਤਿਗੁਰੂ ਜੀ ਕਹਿੰਦੇ ਝੂਠਾ ਕਿਸ ਕੋ ਆਖੀਏ ਸਾਹਾ। ਮੇਰੇ ਪਾਤਸ਼ਾਹ, ਝੂਠਾ ਕਿਹਨੂੰ ਆਖੀਏ, ਮੰਦਾ ਕਿਹਨੂੰ ਆਖੀਏ ਜੀ। ਦੂਜਾ ਨਾਹੀ ਕੋਈ। ਇਹ ਪਾਤਸ਼ਾਹ, ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਗਏ, ਸੰਗਤ ਜੀ ਮੱਕਾ ਫਿਰਿਆ। ਭਾਈ ਗੁਰਦਾਸ ਜੀ ਨੇ ਇਹਦੀ ਉਗਾਹੀ ਦਿੱਤੀ ਹੈ। ਫਿਰਿਆ ਮੱਕਾ ਕਲਾ ਅਧਿਕਾਰੀ। ਸਤਿਗੁਰੂ ਨਾਨਕ ਦੇਵ ਜੀ ਨੇ ਉੱਥੇ ਕਰਾਮਾਤ ਵਿਖਾਈ। ਮੱਕਾ ਫਿਰਿਆ, ਕਾਜੀ ਲੋਕ ਇਕੱਠੇ ਹੋ ਕੇ ਆਏ। ਉਹਨਾਂ ਨਾਲ ਵਿਚਾਰ ਚਰਚਾ ਹੋਈ ਤੇ ਰੁਕਨਦੀਨ ਕਾਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਇਹ ਕਿਰਪਾ ਕਰਕੇ ਦੱਸੋ ਵੀ ਰੱਬ ਨੇ ਕਿਹੜੀ ਚੀਜ਼ ਨਹੀਂ ਬਣਾਈ। ਬੜਾ ਸਵਾਲ ਡੂੰਘਾ ਜਿਹਾ ਕੀਤਾ ਉਹਨੇ। ਕਹਿਣ ਲੱਗਾ ਵੀ ਰੱਬ ਨੇ ਕਿਹੜੀ ਚੀਜ਼ ਨਹੀਂ ਬਣਾਈ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਾਜੀ ਜੀ, ਰੱਬ ਨੇ ਆਪਣੇ ਵਰਗਾ ਰੱਬ ਨਹੀਂ ਪੈਦਾ ਕੀਤਾ। ਹੋਰ ਉਹਨੇ ਸਭ ਕੁਝ ਹੀ ਬਣਾਇਆ ਹੈ, ਪਰ ਉਹਨੇ ਆਪਣੇ ਵਰਗਾ ਰੱਬ ਪੈਦਾ ਨਹੀਂ ਕੀਤਾ, ਦੂਜਾ ਰੱਬ ਪੈਦਾ ਨਹੀਂ ਹੋਣ ਦਿੱਤਾ। ਸੰਗਤ ਜੀ, ਇਸ ਕਰਕੇ ਹਜ਼ੂਰ ਨੇ ਗੁਰਬਾਣੀ ਦੇ ਵਿੱਚ ਵਾਰ-ਵਾਰ ਇਹ ਕਿਹਾ ਹੈ, ਦੂਜਾ ਨਾ ਹੀ ਕੋਈ। ਮਹਾਰਾਜ, ਤੁਹਾਡੇ ਤੋਂ ਬਗੈਰ ਹੋਰ ਦੂਜਾ ਕੋਈ ਹੈ ਹੀ ਨਹੀਂ। ਤੁਸੀਂ ਸਾਰਿਆਂ ਦੇ ਅੰਦਰ ਵਰਤ ਰਹੇ ਹੋ ਤੇ ਝੂਠਾ ਕਿਹਨੂੰ ਆਖੀਏ। ਜਿਹਨੂੰ ਵੀ ਝੂਠਾ ਆਖਾਂਗੇ ਉਹ ਤੇ ਫਿਰ ਤੁਹਾਨੂੰ ਹੀ ਕਿਹਾ ਜਾਵੇਗਾ ਵੀ ਤੁਸੀਂ ਰੱਬ ਜੀ ਝੂਠੇ ਹੋ। ਨਹੀਂ, ਮਹਾਰਾਜ ਕਹਿੰਦੇ ਤੁਸੀਂ ਸਾਰਿਆਂ ਦੇ ਵਿੱਚ ਪ੍ਰਕਾਸ਼ਮਾਨ ਹੋ, ਇਸ ਕਰਕੇ ਅਸੀਂ ਕਿਸੇ ਨੂੰ ਝੂਠਾ ਨਹੀਂ ਕਹਿ ਸਕਦੇ। ਸਭਨਾ ਵਿੱਚ ਤੂੰ ਵਰਤਦਾ ਸਾਹਾ। ਇਹ ਮੇਰੇ ਪਾਤਸ਼ਾਹ ਜੀ, ਤੁਸੀਂ ਸਾਰਿਆਂ ਦੇ ਵਿੱਚ ਹੀ ਵਰਤਦੇ ਹੋ। ਜਿਵੇਂ ਸੂਰਜ ਦੀਆਂ ਕਿਰਨਾਂ, ਸੰਗਤ ਜੀ, ਸੂਰਜ ਦੀਆਂ ਕਿਰਨਾਂ ਸਾਰੇ ਹੀ ਪੈਂਦੀਆਂ ਨੇ। ਭਾਵੇਂ ਚੰਗੀ ਜਗ੍ਹਾ ਹੋਵੇ, ਭਾਵੇਂ ਉਹ ਮੰਦੀ ਜਗ੍ਹਾ ਹੋਵੇ, ਕੂੜੇ ਕਰਕਟ ਵਾਲੀ ਹੋਵੇ, ਸਾਰਿਆਂ ਤਾਵਾਂ ਤੇ ਹੀ ਸੂਰਜ ਦੀਆਂ ਕਿਰਨਾਂ ਪੈਂਦੀਆਂ। ਇਸ ਤਰ੍ਹਾਂ ਵਾਹਿਗੁਰੂ ਦੀ ਚੇਤਨ ਸਤਾ ਸੰਗਤ ਜੀ ਸਾਰਿਆਂ ਸਰੀਰਾਂ ਦੇ ਵਿੱਚ ਹੀ ਹੈ। ਸਾਰੀ ਲੁਕਾਈ ਵਿੱਚ ਹੀ ਪੈ ਰਹੀ ਹੈ, ਵਰਤ ਰਿਹਾ ਹੈ ਵਾਹਿਗੁਰੂ। ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮਾੜਾ ਹੈ ਸਾਰਿਆਂ ਦੇ ਅੰਦਰ ਉਹਦੀ ਜੋਤ ਹੈ। ਹੇ ਮੇਰੇ ਪਾਤਸ਼ਾਹ,
ਆਪ ਸਾਰਿਆਂ ਦੇ ਵਿੱਚ ਹੀ ਵਰਤਦੇ ਹੋ। ਸਭ ਤੁਝਹਿ ਧਿਆਵਹਿ ਦਿਨ ਰਾਤ। ਮਹਾਰਾਜ ਸਾਰੇ ਆਪ ਜੀ ਨੂੰ ਦਿਨੇ ਰਾਤ ਧਿਆਉਂਦੇ, ਯਾਦ ਕਰਦੇ, ਸਿਮਰਦੇ ਹਨ। ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ। हे ਮੇਰੇ ਪਾਤਸ਼ਾਹ, ਸਾਰੇ ਜੀਵ ਜੰਤੂ ਤੁਹਾਡੇ ਪਾਸੋਂ ਹੀ ਮੰਗਦੇ ਨੇ। ਤੁਹਾਡੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਮਹਾਰਾਜ ਸਾਰੀ ਲੁਕਾਈ ਜਿਹੜੀ ਹੈ ਨਾ, ਕੋਈ ਕਿਸੇ ਰੂਪ ਵਿੱਚ ਮੰਗਦਾ ਹੈ, ਕੋਈ ਕਿਸੇ ਰੂਪ ਵਿੱਚ ਮੰਗਦਾ ਹੈ, ਪਰ ਮੰਗਦੇ ਸਾਰੇ ਤੁਹਾਡੇ ਤੋਂ ਹੀ ਨੇ। ਕਹਿੰਦੇ ਨੇ ਇੱਕ ਫਕੀਰ ਇੱਕ ਮਸੀਤ ਦੇ ਅੱਗੇ ਖਲੋਤਾ ਮੰਗ ਰਿਹਾ ਸੀ। ਔਰੰਗਜ਼ੇਬ ਮਸੀਤ ਵਿੱਚ ਨਮਾਜ਼ ਪੜ੍ਹਨ ਆਇਆ। ਸਿਪਾਹੀਆਂ ਨੇ ਉਹ ਫਕੀਰ ਮੰਗਤੇ ਨੂੰ ਪਾਸੇ ਕੀਤਾ। ਉਹਨੇ ਪੁੱਛਿਆ ਵੀ ਤੁਸੀਂ ਮੈਨੂੰ ਕਿਉਂ ਪਾਸੇ ਕਰ ਰਹੇ ਹੋ, ਕੀ ਕਾਰਨ ਹੈ? ਉਹ ਪਿਆਦੇ ਕਹਿਣ ਲੱਗੇ ਕਿ ਬਾਦਸ਼ਾਹ ਸਲਾਮਤ ਖੁਦਾ ਦੇ ਕੋਲੋਂ ਮੰਗ ਰਿਹਾ ਹੈ, ਤੇ ਮੰਗ ਕੇ ਫਿਰ ਇਹਨੂੰ ਦੇਵੇਗਾ। ਫਕੀਰ ਨੇ ਵਿਚਾਰਿਆ ਵੀ ਜੇ ਬਾਦਸ਼ਾਹ ਵੀ ਮੰਗਤਾ ਹੈ ਤੇ ਮੈਂ ਵੀ ਮੰਗਤਾ ਹਾਂ, ਮੇਰੇ ਵਿੱਚ ਤੇ ਬਾਦਸ਼ਾਹ ਦੇ ਵਿੱਚ ਕੀ ਅੰਤਰ ਹੈ? ਜੇ ਬਾਦਸ਼ਾਹ ਖੁਦਾ ਦੇ ਪਾਸੋਂ ਮੰਗ ਸਕਦਾ ਹੈ ਤੇ ਮੈਨੂੰ ਕੀ ਹੋਇਆ, ਮੈਂ ਵੀ ਖੁਦਾ ਦੇ ਪਾਸੋਂ ਮੰਗਾਂਗਾ, ਮੈਂ ਬਾਦਸ਼ਾਹ ਦੇ ਕੋਲੋਂ ਕਿਉਂ ਮੰਗਾ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੇਰੇ ਪਾਤਸ਼ਾਹ, ਸਾਰੀ ਲੁਕਾਈ ਜੀਵ ਜੰਤੂ ਆਪ ਜੀ ਦੇ ਪਾਸੋਂ ਹੀ ਮੰਗਦੇ ਹਨ। ਤੂੰ ਸਭਨਾ ਕਰਹਿ ਇੱਕ ਦਾਤ। ਮਹਾਰਾਜ ਆਪ ਹੀ ਸਾਰਿਆਂ ਨੂੰ ਇੱਕੋ ਇੱਕ ਦਾਤਾਂ ਦੇਣ ਵਾਲੇ ਹੋ। ਦਾਤਾ ਇੱਕ ਹੈ, ਮੰਗਤੇ ਬਹੁਤੇ ਨੇ, ਪਰ ਉਹ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਦੁਨੀਆ ਦੇ ਅੰਦਰ ਦਾਨੀ ਤਾਂ ਬਹੁਤ ਨੇ, ਪਰ ਉਹ ਸਾਰਿਆਂ ਮੰਗਤਿਆਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦੇ। ਕੋਈ 2-4 ਦੀਆਂ ਲੋੜਾਂ ਪੂਰੀਆਂ ਕਰਕੇ ਦੂਜਿਆਂ ਨੂੰ ਭਜਾ ਦਿੰਦੇ ਨੇ, ਭਾਜੋ ਉਹਨੇ ਵਸਤੂ ਖਤਮ ਹੋ ਗਈ ਹੈ। ਪਰ ਉਹ ਪਰਮੇਸ਼ਰ ਇੱਕ ਐਸਾ ਦਾਤਾ ਹੈ, ਜੋ ਵੀ ਮੰਗਦਾ ਨਾ ਕੋਈ, ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ। ਦਿੰਦਾ ਦੇ, ਲੈਂਦੇ ਤੱਕ ਪਾਹੇ। ਦਾਤਾ ਦੇ ਹੀ ਜਾਂਦਾ ਹੈ। ਦਾਤਾ ਲੈਣ ਵਾਲੇ ਮੁੱਕ ਜਾਂਦੇ ਨੇ, ਪਰ ਉਹ ਦਾਤਾ ਨਹੀਂ ਮੁੱਕਦਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਮੇਰੇ ਸ਼ਾਹ, ਮੇਰੇ ਪਾਤਸ਼ਾਹ ਜੀ, ਸਾਰੀ ਲੁਕਾਈ ਤੁਹਾਡੇ ਤੋਂ ਮੰਗਦੀ ਹੈ। ਆਪ ਹੀ ਸਾਰਿਆਂ ਨੂੰ ਇੱਕ ਦਾਤਾ ਦੇਣ ਵਾਲੇ ਹੋ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ। ਇਹ ਮੇਰੇ ਪਾਤਸ਼ਾਹ ਜੀ, ਇਹ ਸਾਰੇ ਤੁਹਾਡੇ ਵਿੱਚ ਨੇ ਤੇ ਤੁਸੀਂ ਸਾਰਿਆਂ ਵਿੱਚ ਹੋ। ਤੁਝ ਤੇ ਬਾਹਰ ਕੋਈ ਨਾਹੀ। ਇਹ ਪਾਤਸ਼ਾਹ ਤੁਹਾਡੇ ਤੋਂ ਬਗੈਰ, ਤੁਹਾਡੇ ਤੋਂ ਬਾਹਰ ਤੇ ਕੋਈ ਵੀ ਨਹੀਂਗਾ। ਸਾਰੀ ਲੁਕਾਈ, ਸਾਰੀ ਸ੍ਰਿਸ਼ਟੀ ਤੁਹਾਡੀ ਨਿਗਾਹ ਵਿੱਚ ਹੈ। ਕਿੱਡੀ ਨਿਗਾਹ ਉਹਦੀ ਤੇਜ਼ ਹੈ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਦੀ 84 ਲੱਖ ਜੂਨਾਂ ਪੈਦਾ ਕੀਤੀਆਂ ਨੇ, ਤੇ ਹਰੇਕ ਜੂਨ ਦੇ ਜੀਵ ਨੂੰ ਉਹਨੇ ਆਪਣੀ ਨਿਗਾਹ ਵਿੱਚ ਰੱਖਿਆ ਹੋਇਆ ਹੈ। ਉਹਦੀ ਨਜ਼ਰ ਤੋਂ ਬਾਹਰ ਕੋਈ ਵੀ ਨਹੀਂ, ਸਭ ਉਹਦੀ ਨਿਗਾਹ ਵਿੱਚ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਮੇਰੇ ਪਾਤਸ਼ਾਹ ਜੀ, ਸਾਰੇ ਜੀਵ ਜੰਤੂ ਤੁਹਾਡੇ ਵਿੱਚ ਨੇ
ਤੇ ਤੁਸੀਂ ਸਾਰਿਆਂ ਦੇ ਵਿੱਚੋਂ ਤੁਹਾਡੇ ਤੋਂ ਬਾਹਰ ਕੋਈ ਵੀ ਨਹੀਂ। ਸਭ ਜੀਅ ਤੇਰੇ ਤੂੰ ਸਭ ਸਦਾ ਮੇਰੇ ਸਾਹਾ। ਹੇ ਮੇਰੇ ਪਾਤਸ਼ਾਹ, ਸਾਰੇ ਜੀਵ ਜੰਤੂ ਤੁਹਾਡੇ ਹਨ ਤੇ ਤੁਸੀਂ ਸਾਰੇ ਜੀਵ ਜੰਤੂਆਂ ਦੇ ਹੋ। ਸਭ ਤੁਝ ਹੀ ਮਾਹੇ ਸਮਾਹੇ। ਤੇ ਸਾਰੇ ਆਖਰ ਨੂੰ ਤੁਹਾਡੇ ਵਿੱਚ ਹੀ ਲੈ ਹੁੰਦੇ ਨੇ, ਤੁਹਾਡੇ ਵਿੱਚ ਹੀ ਸਮਾ ਜਾਂਦੇ ਨੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਇਹ ਮੇਰੇ ਪਿਆਰੇ, ਤੁਸੀਂ ਸਾਰਿਆਂ ਦੀ ਆਸ ਹੋ। ਸਾਰੇ ਤੁਹਾਡੇ ਤੇ ਆਸ ਰੱਖ ਕੇ ਬੈਠੇ ਨੇ। ਸੰਗਤ ਜੀ, ਹਰੇਕ ਦੀ ਆਸ ਵਾਹਿਗੁਰੂ ਤੇ ਹੈ। ਹਰ ਕੋਈ ਉਹਦੇ ਤੇ ਆਸ ਰੱਖਦਾ ਹੈ ਕਿ ਉਹ ਮੇਰੇ ਤੇ ਵੀ ਕਿਰਪਾ ਕਰੇਗਾ, ਮੇਰੇ ਤੇ ਵੀ ਰਹਿਮਤ ਕਰੇਗਾ। ਇਸ ਕਰਕੇ ਹਜ਼ੂਰ ਕਹਿੰਦੇ ਹੈ, ਮੇਰੇ ਪਿਆਰੇ, ਸਭਨਾ ਕੀ ਤੂੰ ਆਸ ਹੈ, ਤੂੰ ਸਾਰਿਆਂ ਦੀ ਆਸਾ ਪੂਰੀ ਕਰਨ ਵਾਲਾ ਹੈ। ਸਭ ਤੁਝ ਹੈ ਧਿਆਵਹਿ ਮੇਰੇ ਸਾਹ। ਮੇਰੇ ਪਾਤਸ਼ਾਹ ਜੀ, ਸਾਰੇ ਤੈਨੂੰ ਯਾਦ ਕਰਦੇ ਨੇ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਹੇ ਮੇਰੇ ਪਿਆਰੇ ਵਾਹਿਗੁਰੂ ਜੀ, ਜਿਵੇਂ ਆਪ ਜੀ ਨੂੰ ਭਾਵੇਂ ਚੰਗਾ ਲੱਗੇ ਤੇਵੇਂ ਆਪ ਸਾਨੂੰ ਰੱਖਣਾ ਕਰੋ। ਸਚ ਨਾਨਕ ਕੇ ਪਾਤਸ਼ਾਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਆਪ ਸਾਡੇ ਤੇ ਕਿਰਪਾ ਕਰੋ, ਜਿਵੇਂ ਤੁਹਾਨੂੰ ਚੰਗਾ ਲੱਗੇ ਤੇਵੇਂ ਸਾਨੂੰ ਰੱਖੋ। ਸੰਗਤ ਜੀ, ਕਈ ਵਾਰ ਉਹਦਾ ਕੀਤਾ ਸਾਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਉਹ ਚਾਹੇ ਤੇ ਰਾਜੇ ਨੂੰ ਭਿਖਾਰੀ ਬਣਾ ਦੇਵੇ। ਜਿਹੜਾ ਰਾਜੇ ਤੋਂ ਭਿਖਾਰੀ ਬਣ ਗਿਆ, ਉਹਨੂੰ ਕਦੋਂ ਉਹਦਾ ਕੀਤਾ ਚੰਗਾ ਲੱਗੇਗਾ? ਉਹਦੇ ਕਹੇਗਾ ਵੀ ਮੇਰੇ ਨਾਲ ਮਾੜਾ ਹੋਇਆ ਹੈ, ਮੇਰੇ ਨਾਲ ਪਰਮੇਸ਼ਰ ਨੇ ਮਾੜਾ ਕੀਤਾ ਹੈ। ਤੇ ਸੰਗਤ ਜੀ, ਜੇ ਉਹ ਚਾਹੇ ਤੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ। ਇਹ ਉਹਦੇ ਚੋਜ ਨੇ। ਜਿੱਥੇ ਉਹ ਕਿਸੇ ਨੂੰ ਰੱਖਦਾ ਹੈ, ਉੱਥੇ ਹੀ ਜੀਵਾਂ ਨੂੰ ਰਹਿਣਾ ਪੈਂਦਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਛਾਲਾਂ ਸਾਰੇ ਮਾਰਦੇ ਨੇ ਕਿ ਮੈਂ ਆਹ ਕਰ ਲਾਂ, ਮੈਂ ਆਹ ਕਰ ਲਾਂ, ਪਰ ਜੋ ਕਰਤਾ ਵਾਹਿਗੁਰੂ ਕਰਦਾ ਨਾ ਜੀ, ਹੁੰਦਾ ਉਹੀ ਕੁਛ ਹੈ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀਆਂ ਦਾਤਾਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਸਨ। ਆਓ ਚੱਲ ਰਹੀ ਲੜੀਵਾਰ ਕਥਾ ਦੇ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ। ਰਾਖਨਹਾਰ ਦਿਆਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦਿਆਲੂ ਪ੍ਰਭੂ ਰੱਖਣ ਵਾਲਾ ਹੈ, ਸਾਰਿਆਂ ਦੀ ਰਾਖੀ ਕਰਦਾ ਹੈ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਗ ਸਿਫਾਰੇ ਕਰ ਆਜ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਣਤ ਬਸਤਰ ਦੀਨ ਬਹੁ ਸਾਜ। ਸੋ ਦਾਮਾ ਅਬਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਭਾਟ ਕੀ ਲਾਜ। ਸੱਚੇ ਪਾਤਸ਼ਾਹ ਆਪ ਜੀਆਂ ਨੇ ਭਗਤ ਪ੍ਰਹਿਲਾਦ ਦੀ ਲਾਜ ਰੱਖੀ, ਦ੍ਰੋਪਦੀ ਦੀ ਲਾਜ ਰੱਖੀ, ਸੁਦਾਮੇ ਦੀ ਲਾਜ ਰੱਖੀ, ਹੋਰ ਬੇਅੰਤ ਐਸੇ ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਆਪ ਲਾਜ ਰੱਖੀ ਹੈ। ਸਤਿਗੁਰੂ ਜੀ ਕਹਿੰਦੇ ਉਹ ਪ੍ਰਭੂ ਦਇਆ ਦਾ ਘਰ ਹੈ, ਰਾਖਣਹਾਰ, ਰੱਖਿਆ ਕਰਨ ਵਾਲਾ। ਕੋਟ ਪਵ ਖੰਡੇ ਨਿਮਕ ਖਿਆਲ। ਜਦੋਂ ਕੋਈ ਨਿਮਕ ਮਾਤਰ ਵੀ ਵਾਹਿਗੁਰੂ ਦਾ ਖਿਆਲ ਕਰਦਾ ਹੈ ਨਾ ਜੀ, ਖਿਆਲ ਦਾ ਅਰਥ ਹੈ ਧਿਆਨ ਧਾਰਨਾ। ਜਦੋਂ ਕੋਈ ਨਿਮਕ ਮਾਤਰ ਵੀ
ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜ ਕੇ ਧਿਆਨ ਕਰਦਾ ਹੈ ਤੇ ਵਾਹਿਗੁਰੂ ਇਹਦਾ ਫਲ ਕੀ ਦਿੰਦਾ ਹੈ? ਕੋਟ ਭਾਵ ਖੰਡੇ। ਸੰਗਤ ਜੀ, ਕਰੋੜਾਂ ਭਾਵਨਾਮ ਜਨਮਦਾ ਹੈ। ਕਰੋੜਾਂ ਜਨਮ ਤੇ ਮਰਨ ਨੂੰ ਖੰਡੇ ਨਾਸ ਕਰ ਦਿੰਦਾ ਹੈ। ਫਿਰ ਇਹ ਜੀਵ ਆਵਾਗਾਉਣ ਦੇ ਚੱਕਰ ਵਿੱਚ ਨਹੀਂ ਪੈਂਦਾ। ਕੋਈ ਨਿਮਕ ਮਾਤਰ ਵੀ ਵਾਹਿਗੁਰੂ ਦਾ ਖਿਆਲ ਕਰੇ। ਆਪਾਂ ਕਈ ਵਾਰ ਕਿਸੇ ਨੂੰ ਕੋਈ ਵਸਤੂ ਦਿੱਤੀ ਹੋਵੇ ਨਾ, ਉਹ ਭੁੱਲ ਜਾਵੇ ਤੇ ਆਪਾਂ ਕਹਿੰਦੇ ਖਿਆਲ ਕਰ, ਮੈਂ ਫਲਾਣੇ ਟਾਈਮ ਤੇ ਤੈਨੂੰ ਆਹ ਚੀਜ਼ ਦੇ ਕੇ ਗਿਆ ਸਾਂ। ਜਦੋਂ ਉਹ ਧਿਆਨ ਲਾਉਂਦਾ ਹੈ ਨਾ ਤੇ ਫਿਰ ਉਹ ਕਹਿੰਦਾ ਉਹ ਮੈਨੂੰ ਚੇਤਾ ਆ ਗਿਆ ਵਾ। ਸਤਿਗੁਰੂ ਜੀ ਕਹਿੰਦੇ ਜਿਹੜੇ ਨਿਮਕ ਮਾਤਰ ਵੀ ਵਾਹਿਗੁਰੂ ਦਾ ਖਿਆਲ ਕਰਦੇ ਨੇ, ਧਿਆਨ ਧਾਰਦੇ ਨੇ, ਉਹਨਾਂ ਦੇ ਕਰੋੜਾਂ ਜਨਮਾਂ ਨੂੰ ਵਾਹਿਗੁਰੂ ਜੀ ਉਹਨਾਂ ਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪਾਂ ਨੂੰ ਨਾਸ ਕਰ ਦਿੰਦਾ ਹੈ। ਸਗਲ ਅਰਾਧੇ ਜੰਤ, ਸਾਰੇ ਜੀਵ ਜੰਤੂ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਮਿਲਿਐ ਪ੍ਰਭ ਗੁਰ ਮਿਲ ਮੰਤ। ਪੁੱਛਿਆ ਮਹਾਰਾਜ ਉਸ ਪ੍ਰਭੂ ਦਾ ਮਿਲਾਪ ਕਿਵੇਂ ਹੋਵੇਗਾ? ਸੱਚੇ ਪਾਤਸ਼ਾਹ ਜੀ ਕਹਿੰਦੇ ਮਿਲਿਐ ਪ੍ਰਭ ਗੁਰ ਮਿਲ ਮੰਤ। ਜਦੋਂ ਗੁਰੂ ਨਾਲ ਮਿਲ ਕੇ ਗੁਰੂ ਦੇ ਮੰਤਰ ਉਪਦੇਸ਼ ਨੂੰ ਜਪਾਂਗੇ, ਚੇਤੇ ਕਰਾਂਗੇ, ਤਾਂ ਸਾਡਾ ਪ੍ਰਭੂ ਨਾਲ ਮਿਲਾਪ ਹੋਵੇਗਾ। ਜੀਵਨ ਕੋ ਦਾਤਾ ਮੇਰਾ ਪ੍ਰਭ, ਮੇਰਾ ਪ੍ਰਭੂ ਸਾਰਿਆਂ ਜੀਆਂ ਦਾ ਦਾਤਾਂ ਦੇਣ ਵਾਲਾ ਹੈ। ਪੂਰਨ ਪਰਮੇਸ਼ਰ ਸੁਆਮੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੇਰਾ ਮਾਲਕ ਪੂਰਨ ਹੈ ਪਰਮੇਸ਼ਰ। ਘਟ ਘਟ ਰਾਤਾ ਮੇਰਾ ਪ੍ਰਭ, ਮੇਰਾ ਪ੍ਰਭੂ ਸਾਰੇ ਘਟਾਂ ਦੇ ਵਿੱਚ ਹੀ ਤਦਾਕਾਰ ਹੋਇਆ ਹੈ। ਘਟ ਘਟ ਮੈਂ ਅਰਜੂ ਵਸੈ, ਸੰਤਨ ਕਹੇ ਉਹ ਪੁਕਾਰ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਸਾਰੇ ਹੀ ਸਰੀਰਾਂ ਵਿੱਚ ਵਸਦਾ ਹੈ। ਭਾਵੇਂ ਉਹ ਸਰੀਰ ਬੰਦੇ ਦਾ ਹੋਵੇ, ਭਾਵੇਂ ਪਸ਼ੂ ਦਾ ਹੋਵੇ, ਭਾਵੇਂ ਪੰਛੀਆਂ ਦਾ ਹੋਵੇ, ਸਾਰਿਆਂ ਸਰੀਰਾਂ ਦੇ ਵਿੱਚ ਹੀ ਉਹਦੀ ਜੋਤ ਹੈ। ਸੰਗਤ ਜੀ, ਤਾਂ ਹੀ ਭਗਤਾਂ ਨੇ ਕਿਹਾ ਨਾ, ਜੋ ਸਭ ਮਹਿ ਏਕ ਖੁਦਾਏ ਕਹਿਤ ਹੋ ਤਉ ਕਿਉ ਮੁਰਗੀ ਮਾਰੇ। ਜੇ ਤੁਸੀਂ ਕਹਿੰਦੇ ਹੋ ਵੀ ਸਾਰਿਆਂ ਦੇ ਵਿੱਚ ਹੀ ਇੱਕ ਖੁਦਾ ਹੈ ਤੇ ਮੁਰਗੀ ਨੂੰ ਕਿਉਂ ਮਾਰਦੇ ਹੋ ਕਿ ਖੁਦਾ ਮੁਰਗੀ ਵਿੱਚ ਨਹੀਂ? ਸਾਰੇ ਜੀਵ ਜੰਤੂਆਂ ਦੇ ਵਿੱਚ ਉਹ ਪ੍ਰਭੂ ਤਦਾਕਾਰ ਰੱਤਾ ਹੋਇਆ ਰਹਾਉ। ਵਿਸਰਾਮ ਦੇ ਕੇ ਫਰਮਾਉਂਦੇ ਨੇ ਤਾਂ ਕਿ ਗਹੀ ਮਨ ਓਟ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤੇ ਭਾਈ ਮਨ ਕਰਕੇ ਉਸ ਵਾਹਿਗੁਰੂ ਦੀ ਓਟ ਆਸਰਾ ਗ੍ਰਹਿਣ ਕੀਤਾ। ਬੰਧਨ ਤੇ ਹੋਈ ਛੋਟ। ਹੁਣ ਸਾਨੂੰ ਜਿਹੜੇ ਇਹ ਮਾਇਆਵਕੀ ਬੰਧਨ ਸਨ ਉਹਨਾਂ ਤੋਂ ਛੋਟ ਮੁਕਤੀ ਪ੍ਰਾਪਤ ਹੋ ਗਈ। ਹਿਰਦਾ ਜਪ ਪਰਮਾਨੰਦ। ਹਿਰਦੇ ਦੇ ਵਿੱਚ ਪਰਮ ਆਨੰਦ ਸਰੂਪ ਵਾਹਿਗੁਰੂ ਨੂੰ ਜਪਦੇ ਆ। ਮਨ ਮਾਹੇ ਭਏ ਆਨੰਦ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਪਦੇ ਨੇ ਭਾਈ ਉਹਨਾਂ ਦੇ ਮਨ ਵਿੱਚ ਭਾਰੀ ਆਨੰਦ ਹੋ ਗਿਆ। ਤਾਰਨ ਤਾਰਨ ਹਰ ਸਰਣ। ਵਾਹਿਗੁਰੂ ਦੀ ਜਿਹੜੇ ਸ਼ਰਨ ਪਏ ਨੇ ਨਾ ਜੀ, ਤੇ ਉਹ ਵਾਹਿਗੁਰੂ ਦੀ ਸ਼ਰਨ ਕੀ ਹੈ? ਤਾਰਨ ਤਰਨ। ਇਸ ਮਾਤ ਲੋਕ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਵਾਹਿਗੁਰੂ ਦੀ ਸ਼ਰਨ ਜਹਾਜ਼ ਰੂਪ ਹੈ। ਤੇ ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਪੈਂਦੇ ਨੇ ਉਹਨਾਂ ਨੂੰ ਵਾਹਿਗੁਰੂ ਮਾਤ ਲੋਕ ਤੋਂ ਤਾਰ ਦਿੰਦਾ। ਜੀਵਨ ਰੂਪ ਹਰ ਚਰਨ। ਵਾਹਿਗੁਰੂ ਦੇ ਚਰਨ ਜਿਹੜੇ ਨੇ ਨਾ ਸ਼ਬਦ ਰੂਪੀ ਸੰਗਤ ਜੀ ਇਹ ਜੀਵਨ ਰੂਪ ਨੇ। ਸੰਤਨ ਕੇ ਪ੍ਰਾਣ ਆਧਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤਾਂ ਦੇ ਪ੍ਰਾਣਾਂ ਦਾ ਆਸਰਾ ਹੈ। ਊਚੇ ਤੇ ਊਚ ਅਪਾਰ। ਪਰਮੇਸ਼ਰ ਉੱਚਿਆਂ ਤੋਂ ਉੱਚਾ ਹੈ, ਪਾਰਾਵਾਰ ਤੋਂ ਰਹਿਤ ਹੈ। ਸੋ ਮਤ ਸਾਰ ਜਿਤ ਹਰ ਸਿਮਰੀਜੈ। ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਮਹਾਰਾਜ ਸਾਡੇ ਤੇ ਕਿਰਪਾ ਕਰੋ। ਸੋ ਮਤ ਸਾਨੂੰ ਸ੍ਰੇਸ਼ਟ ਮਤ, ਸ੍ਰੇਸ਼ਟ ਅਕਲ,
ਸ੍ਰੇਸ਼ਟ ਬੁੱਧ ਬਖਸ਼ਿਸ਼ ਕੀ ਕਰੋ, ਜਿਸ ਸ੍ਰੇਸ਼ਟ ਬੁੱਧੀ ਕਰਕੇ ਅਸੀਂ ਸੱਚੇ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਕਰ ਕਿਰਪਾ ਜਿਸ ਆਪੇ ਦੀਜਾ। ਪਰ ਇਹ ਸ੍ਰੇਸ਼ਟ ਮਤ, ਸ੍ਰੇਸ਼ਟ ਅਕਲ, ਸ੍ਰੇਸ਼ਟ ਬੁੱਧ ਉਹਨੂੰ ਪ੍ਰਾਪਤ ਹੁੰਦੀ ਹੈ ਕਰ ਕਿਰਪਾ, ਜਿਹਦੇ ਤੇ ਆਪ ਕਿਰਪਾ ਕਰਦਾ ਹੈ ਤੇ ਜਿਸ ਨੂੰ ਆਪ ਸ੍ਰੇਸ਼ਟ ਮਤ ਦਿੰਦਾ ਹੈ, ਸੰਗਤ ਜੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੂਖ ਸਹਿਜ ਆਨੰਦ ਹਰ ਨਾਉ। ਹਰੀ ਦਾ ਨਾਮ ਸੰਗਤ ਜੀ ਸਾਰੇ ਸੁਖ ਦੇਣ ਵਾਲਾ ਹੈ, ਸ਼ਾਂਤੀ ਪ੍ਰਦਾਨ ਕਰਨ ਵਾਲਾ ਤੇ ਆਨੰਦਦਾਇਕ ਹੈ। ਨਾਨਕ ਜਪਿਆ ਗੁਰ ਮਿਲ ਨਾਉ। ਹਜੂਰ ਕਥਨ ਕਰਦੇ ਨੇ, ਗੁਰੂ ਨਾਲ ਮਿਲ ਕਰਕੇ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ। ਇਹ ਸਤਿਗੁਰਾਂ ਨੇ ਪਾਵਨ ਲੜੀਵਾਰ ਦੇ ਸ਼ਬਦ ਦੀ ਵਿਚਾਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਦਾਤਾ ਹੈ। ਸੰਗਤ ਜੀ ਉਹਦੇ ਪਾਸੋਂ ਮੰਗਣਾ ਚਾਹੀਦਾ ਹੈ। ਕਿਸੇ ਕੋਲੋਂ ਇੱਕ ਦਿਨ ਮੰਗਾਂਗੇ, 2 ਦਿਨ ਮੰਗਾਂਗੇ, ਤੀਜੇ ਦਿਨ ਮੰਗਣ ਵਾਸਤੇ ਜਾਵਾਂਗੇ ਤੇ ਅਗਲਾ ਕਹੇਗਾ ਵੀ ਤੇਰਾ ਤੇ ਰੋਜ਼ ਦਾ ਵਿਹਾਰ ਹੈ, ਵੀ ਤੇ ਤੂੰ ਤੇ ਰੋਜ਼ ਹੀ ਮੰਗਣ ਆ ਜਾਣਾ ਹੈ, ਹੁਣ ਮੈਂ ਜਿਹੜੀ ਕਮਾਈ ਕਰਦਾ ਵੀ ਉਹ ਤੇਰੇ ਵਾਸਤੇ ਹੀ ਹੈ ਸਾਰੀ। ਫਿਰ ਅਗਲਾ ਉਲਾਮਾ ਦੇਵੇਗਾ। ਪਰ ਜਦੋਂ ਵਾਹਿਗੁਰੂ ਤੋਂ ਮੰਗਾਂਗੇ ਨਾ, ਉਹ ਕਦੇ ਵੀ ਸਾਨੂੰ ਮੋੜੇਗਾ ਨਹੀਂ। ਉਹ ਸਦਾ ਹੀ ਸਾਡੀਆਂ ਲੋੜਾਂ ਪੂਰੀਆਂ ਕਰਨ ਵਾਲਾ, ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ। ਸਦੀਵ ਕਾਲ ਉਹਦੇ ਨਾਲ ਜੁੜਨਾ ਕਰੀਏ, ਉਹਦਾ ਸਿਮਰਨ ਕਰੀਏ ਤੇ ਉਹਦੇ ਪਾਸੋਂ ਮੰਗੀਏ, ਸਭ ਕੁਝ ਪ੍ਰਾਪਤ ਹੋਵੇਗਾ। ਇਹ ਸਤਿਗੁਰਾਂ ਨੇ ਪਾਵਨ ਲੜੀਵਾਰ ਸ਼ਬਦ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ। ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਸੋ ਮਤ ਸਾਰ ਜਿਤ ਹਰ ਸਿਮਰੀਜੈ। ਕਰ ਕਿਰਪਾ ਜਿਸ ਆਪੇ ਦੀਜੈ। ਸੂਖ ਸਹਿਜ ਆਨੰਦ ਹਰ ਨਾਉ। ਨਾਨਕ ਜਪਿਆ ਗੁਰ ਮਿਲ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।